ਗੁੱਡ ਮਾਰਨਿੰਗ ਸਟੂਡੈਂਟਸ। ਮੈਂ ਨਰਿੰਦਰ ਕੁਮਾਰ ਲੈਕਚਰਰ ਅੱਜ ਆਪ ਜੀ ਦੇ ਨਾਲ ਰਾਸ਼ਟਰੀ ਆਮਦਨ ਦੇ ਨਾਲ ਸੰਬੰਧਿਤ ਚੈਪਟਰ ਰਾਸ਼ਟਰੀ ਆਮਦਨ ਅਤੇ ਸੰਬੰਧਿਤ ਧਾਰਨਾਵਾਂ ਬਾਰੇ ਚਰਚਾ ਕਰਨ ਜਾ ਰਿਹਾ ਹਾਂ। ਜਿਵੇਂ ਕਿ ਅਸੀਂ ਜਾਣਦੇ ਹਾਂ ਵੀ ਇਸ ਤੋਂ ਪਹਿਲਾਂ ਅਸੀਂ ਚੈਪਟਰ ਸਰਕੂਲਰ ਫਲੋ ਆਫ ਇਨਕਮ ਐਂਡ ਪ੍ਰੋਡਕਟ ਬਾਰੇ ਚਰਚਾ ਕੀਤੀ ਸੀ। ਅਸੀਂ ਵੇਖਿਆ ਸੀ ਵੀ ਜਿਹੜੀ ਆਮਦਨ ਹੈ ਉਹ ਵੱਖ-ਵੱਖ ਜਿਹੜੇ ਸੈਕਟਰਸ ਹਨ ਜਾਂ ਅਰਥ ਵਿਵਸਥਾ ਦੇ ਜਿਹੜੇ ਖੇਤਰ ਹਨ, ਜਿਵੇਂ ਪਰਿਵਾਰਿਕ ਖੇਤਰ, ਉਤਪਾਦਨ ਖੇਤਰ ਜਾਂ ਹੋਰ ਜਿਹੜੇ ਖੇਤਰ ਹਨ ਜਿਵੇਂ ਸਰਕਾਰੀ ਖੇਤਰ, ਵਿੱਤੀ ਖੇਤਰ ਅਤੇ ਬਾਕੀ ਵਿਸ਼ਵ ਖੇਤਰ, ਇਹ ਇਹਨਾਂ ਦੇ ਵਿੱਚ ਹੀ ਫਲੋ ਕਰਦੀ ਹੈ। ਅਤੇ ਅਸੀਂ ਇਹ ਵੀ ਵੇਖਿਆ ਸੀ ਵੀ ਦੋ ਖੇਤਰ, ਪਰਿਵਾਰਿਕ ਖੇਤਰ ਅਤੇ ਉਤਪਾਦਨ ਖੇਤਰ ਵਿੱਚ ਕਿਵੇਂ ਆਮਦਨ ਦਾ ਪ੍ਰਵਾਹ ਹੁੰਦਾ ਹੈ। ਅਸੀਂ ਇਹ ਵੀ ਵੇਖਿਆ ਸੀ ਵੀ ਕਿੱਦਾਂ ਸੇਵਾਵਾਂ ਦਾ ਅਤੇ ਵਸਤੂਆਂ ਦਾ ਪਰਿਵਾਰਿਕ ਖੇਤਰ ਅਤੇ ਉਤਪਾਦਨ ਖੇਤਰ ਵਿੱਚ ਪ੍ਰਵਾਹ ਹੁੰਦਾ ਹੈ। ਅਤੇ ਅੱਜ ਅਸੀਂ ਬੜਾ ਹੀ ਇੱਕ ਹੋਰ ਮਹੱਤਵਪੂਰਨ ਚੈਪਟਰ ਸਮਝਣ ਜਾ ਰਹੇ ਹਾਂ। ਇਹ ਕੁਛ ਮੌਲਿਕ ਧਾਰਨਾਵਾਂ ਹਨ, ਬੇਸਿਕ ਕਨਸੈਪਟਸ ਹਨ, ਜਿਹਦੇ ਬਾਰੇ ਸਾਨੂੰ ਸਮਝ ਹੋਣੀ ਬੜੀ ਜ਼ਰੂਰੀ ਹੈ ਜੇਕਰ ਅਸੀਂ ਰਾਸ਼ਟਰੀ ਆਮਦਨ ਨੂੰ ਪਤਾ ਕਰਨਾ ਹੈ। ਅਤੇ ਜਿਹੜੀ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਪਹਿਲੀ ਜਿਹੜੀ ਧਾਰਨਾ ਹੈ ਉਹ ਹੈ ਵੀ ਕਿਸੇ ਦੇਸ਼ ਦੀ ਘਰੇਲੂ ਸੀਮਾ ਕੀ ਹੁੰਦੀ ਹੈ। ਕਿਉਂਕਿ ਜਦੋਂ ਵੀ ਅਸੀਂ ਰਾਸ਼ਟਰੀ ਆਮਦਨ ਬਾਰੇ ਪਤਾ ਕਰਨਾ ਹੁੰਦਾ ਹੈ ਤਾਂ ਸਾਨੂੰ ਪਹਿਲੇ ਉਸ ਦੇਸ਼ ਦੀ ਘਰੇਲੂ ਸੀਮਾ ਦੇ ਬਾਰੇ ਪਤਾ ਹੋਣਾ ਬੜਾ ਜ਼ਰੂਰੀ ਹੈ। ਆਮ ਤੌਰ 'ਤੇ ਜਿਹੜੀ ਘਰੇਲੂ ਸੀਮਾ ਹੈ ਉਹਨੂੰ ਅਸੀਂ ਕਿਸੇ ਦੇਸ਼ ਦੀ ਰਾਜਨੀਤਿਕ ਸੀਮਾ ਸਮਝਦੇ ਹਾਂ, ਪਰੰਤੂ ਜਿਹੜੀ ਘਰੇਲੂ ਸੀਮਾ ਹੈ ਉਸ ਦਾ ਅਰਥ ਜ਼ਿਆਦਾ ਵਿਸਤ੍ਰਿਤ ਹੈ। ਇਹਦੇ ਵਿੱਚ ਕਿਸੇ ਦੇਸ਼ ਦੀ ਰਾਜਨੀਤਿਕ ਸੀਮਾ ਤਾਂ ਆਉਂਦੀ ਹੀ ਹੈ, ਇਸ ਦੇ ਇਲਾਵਾ ਜਲ ਸੀਮਾ ਵੀ ਆਉਂਦੀ ਹੈ। ਕਿਉਂਕਿ ਹਰ ਦੇਸ਼ ਦੇ ਨਾਲ ਜਾਂ ਕਿਸੇ ਨਾ ਕਿਸੇ ਦੇਸ਼ ਦੇ ਨਾਲ, ਜਿਸ ਤਰ੍ਹਾਂ ਸਾਡੇ ਦੇਸ਼ ਦੇ ਨਾਲ ਸਮੁੰਦਰ ਲੱਗਦਾ ਹੈ, ਅਤੇ ਇਸ ਸਮੁੰਦਰ ਦੇ ਕਿਸੇ ਹੱਦ ਤੱਕ ਸਾਡੇ ਅਧਿਕਾਰ ਹੁੰਦੇ ਹਨ। ਅਤੇ ਇਸ ਤਰੀਕੇ ਨਾਲ ਅਸੀਂ ਜਲ ਸੀਮਾ ਨੂੰ ਵੀ ਘਰੇਲੂ ਸੀਮਾ ਵਿੱਚ ਸ਼ਾਮਿਲ ਕਰਦੇ ਹਾਂ। ਇਸੇ ਤਰ੍ਹਾਂ ਇੱਕ ਦੇਸ਼ ਦੇ ਵੱਖ-ਵੱਖ ਦੇਸ਼ਾਂ ਵਿੱਚ ਹਵਾਈ ਜਹਾਜ਼ ਅਤੇ ਸਮੁੰਦਰੀ ਜਹਾਜ਼ ਉਹ ਆਉਣਾ ਜਾਣਾ ਕਰਦੇ ਹਨ। ਜਿਸ ਤਰ੍ਹਾਂ ਇੰਗਲੈਂਡ ਅਤੇ ਅਮਰੀਕਾ ਦੇ ਵਿੱਚ ਹਵਾਈ ਜਹਾਜ਼ ਆਉਂਦੇ ਜਾਂਦੇ ਹਨ ਜਾਂ ਸਮੁੰਦਰੀ ਜਹਾਜ਼ ਆਉਂਦੇ ਜਾਂਦੇ ਹਨ। ਇਹ ਜਿਹੜੇ ਹਵਾਈ ਜਹਾਜ਼ ਅਤੇ ਸਮੁੰਦਰੀ ਜਹਾਜ਼ ਹੈ, ਇਹ ਬੇਸ਼ੱਕ ਅੰਤਰਰਾਸ਼ਟਰੀ ਸੀਮਾ ਵਿੱਚ ਆ ਜਾ ਰਹੇ ਹੁੰਦੇ ਹਨ, ਪਰੰਤੂ ਇਹਨਾਂ ਨੂੰ ਵੀ ਅਸੀਂ ਆਪਣੀ ਦੇਸ਼ ਦੀ ਘਰੇਲੂ ਸੀਮਾ ਵਿੱਚ ਸ਼ਾਮਿਲ ਕਰਦੇ ਹਾਂ। ਇਸੇ ਤਰ੍ਹਾਂ ਮੱਛੀ ਫੜਨ ਵਾਲੇ ਜਿਹੜੇ ਜਹਾਜ਼ ਹਨ ਜਾਂ ਬੋਟਸ ਹੁੰਦੀਆਂ ਹਨ, ਜਾਂ ਅੰਤਰਰਾਸ਼ਟਰੀ ਸੀਮਾ ਵਿੱਚ ਜਿਹੜੇ ਸਮੁੰਦਰ ਵਿੱਚ ਜਿਹੜਾ ਤੇਲ ਕੱਢਣ ਵਾਲੇ ਉੱਥੇ ਸਿਸਟਮ ਲਗਾਇਆ ਜਾਂਦਾ ਹੈ, ਪੋਤ ਲਗਾਏ ਜਾਂਦੇ ਹਨ, ਜਾਂ ਸਮੁੰਦਰ ਵਿੱਚ ਤੈਰਨ ਵਾਲੇ ਜਿਹੜੇ ਪਲੇਟਫਾਰਮ ਬਣਾਏ ਜਾਂਦੇ ਹਨ, ਇਹ ਸਾਰੇ ਹੀ ਅਸੀਂ
ਦੇਸ਼ ਦੀ ਘਰੇਲੂ ਸੀਮਾ ਵਿੱਚ ਸ਼ਾਮਿਲ ਕਰਦੇ ਹਨ। ਇਸ ਤੋਂ ਇਲਾਵਾ ਅਸੀਂ ਦੂਸਰੇ ਦੇਸ਼ਾਂ ਦੇ ਵਿੱਚ ਦੂਤਾਵਾਸ ਕੀ ਹੈ ਸਥਾਪਿਤ ਕੀਤੇ ਹੁੰਦੇ ਹੈ। ਜਿਸ ਤਰ੍ਹਾਂ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਹੈ। ਇਹ ਜਿਹੜੇ ਦੂਤਾਵਾਸ ਹਨ, ਬੇਸ਼ੱਕ ਉਹ ਸਾਡੇ ਦੇਸ਼ ਦੇ ਕਿਸੇ ਹੋਰ ਦੂਸਰੇ ਦੇਸ਼ ਵਿੱਚ ਸਥਾਪਿਤ ਕੀਤੇ ਜਾਂਦੇ ਹਨ, ਪਰੰਤੂ ਇਹਨਾਂ ਨੂੰ ਵੀ ਅਸੀਂ ਇੱਥੇ ਕੰਮ ਕਰਨ ਵਾਲੇ ਜਾਂ ਇਹ ਵਾਲੇ ਦੂਤਾਵਾਸ ਹਨ, ਇਹਨਾਂ ਨੂੰ ਅਸੀਂ ਆਪਣੇ ਦੇਸ਼ ਦੀ ਘਰੇਲੂ ਸੀਮਾ ਵਿੱਚ ਸ਼ਾਮਿਲ ਕਰਦੇ ਹਾਂ। ਅਤੇ ਇਸ ਤਰੀਕੇ ਨਾਲ ਅਸੀਂ ਜਦੋਂ ਰਾਸ਼ਟਰੀ ਆਮਦਨ ਮੈਜਰ ਕਰਨੀ ਹੈ ਤਾਂ ਸਾਨੂੰ ਪਹਿਲੇ ਆਪਣੇ ਦੇਸ਼ ਦੀ ਘਰੇਲੂ ਸੀਮਾ ਬਾਰੇ ਪਤਾ ਹੋਣਾ ਚਾਹੀਦਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਡੀ ਕਿਹੜੀ ਸੀਮਾ ਹੈ, ਕਿਉਂਕਿ ਉੱਥੋਂ ਹੀ ਜਿਹੜੀ ਆਮਦਨ ਪੈਦਾ ਹੁੰਦੀ ਹੈ ਉਹਨੂੰ ਅਸੀਂ ਰਾਸ਼ਟਰੀ ਆਮਦਨ ਵਿੱਚ ਕੈਲਕੂਲੇਟ ਕਰਦੇ ਹਾਂ, ਸ਼ਾਮਿਲ ਕਰਦੇ ਹਾਂ। ਅਤੇ ਦੂਸਰਾ ਜਿਹੜਾ ਅਸੀਂ ਕਨਸੈਪਟ ਹੈ ਉਹ ਹੈ ਦੇਸ਼ ਦੇ ਸਧਾਰਨ ਨਾਗਰਿਕ। ਉਸ ਦੇਸ਼ ਦੇ ਵਿੱਚ ਜਿਹੜੇ ਨੋਰਮਲ ਰੈਜ਼ੀਡੈਂਟ ਹੈ ਉਹਨਾਂ ਦੀ ਆਮਦਨ ਨੂੰ ਹੀ ਅਸੀਂ ਕੀ ਹੈ ਸ਼ਾਮਿਲ ਕਰਦੇ ਹਾਂ ਜਦੋਂ ਅਸੀਂ ਰਾਸ਼ਟਰੀ ਆਮਦਨ ਨੂੰ ਕੈਲਕੂਲੇਟ ਕਰਦੇ ਹਾਂ। ਹੁਣ ਸਧਾਰਨ ਨਾਗਰਿਕ ਤੋਂ ਕੀ ਭਾਵ ਹੈ? ਆਮ ਤੌਰ 'ਤੇ ਸਮਝਿਆ ਜਾਂਦਾ ਹੈ ਵੀ ਜਿਹੜੇ ਦੇਸ਼ ਦੇ ਨਾਗਰਿਕ ਹੁੰਦੇ ਹਨ ਉਹਨਾਂ ਨੂੰ ਲੋਕ ਦੇਸ਼ ਦੇ ਸਧਾਰਨ ਨਾਗਰਿਕ ਸਮਝਦੇ ਹਨ, ਪਰ ਇਹ ਜ਼ਰੂਰੀ ਨਹੀਂ ਹੈ। ਦੇਸ਼ ਵਿੱਚ ਜੇਕਰ ਕੋਈ ਵਿਅਕਤੀ 1 ਸਾਲ ਜਾਂ 1 ਸਾਲ ਤੋਂ ਵੱਧ ਰਹਿ ਰਿਹਾ ਹੈ ਅਤੇ ਉਸ ਦਾ ਉਸ ਦੇਸ਼ ਨਾਲ ਆਰਥਿਕ ਰੁਚੀ ਵਾਲਾ ਸੰਬੰਧ ਹੈ, ਤਾਂ ਅਸੀਂ ਉਸ ਨੂੰ ਉਸ ਦੇਸ਼ ਦਾ ਸਧਾਰਨ ਨਾਗਰਿਕ ਜਾਂ ਨੋਰਮਲ ਰੈਜ਼ੀਡੈਂਟ ਸਮਝਦੇ ਹਾਂ। ਦੂਸਰੀ ਗੱਲ, ਸਿਰਫ ਵਿਅਕਤੀ ਹੀ ਨਹੀਂ, ਕੋਈ ਵੀ ਸੰਸਥਾ ਵੀ ਹੋ ਸਕਦੀ ਹੈ ਜਿਹਨੂੰ ਅਸੀਂ ਉਸ ਦੇਸ਼ ਦਾ ਸਧਾਰਨ ਨਾਗਰਿਕ ਸਮਝਦੇ ਹਾਂ। ਵੇਖਣ ਵਾਲੀ ਗੱਲ ਇਹ ਹੈ ਕਿ ਉਹ ਵਿਅਕਤੀ ਜਾਂ ਸੰਸਥਾ ਉਸ ਦੇਸ਼ ਦੇ ਵਿੱਚ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਰਹਿ ਰਹੀ ਹੈ ਅਤੇ ਉਹਦਾ ਉਸ ਦੇਸ਼ ਦੇ ਨਾਲ ਆਰਥਿਕ ਸੰਬੰਧ ਹੋਣਾ ਚਾਹੀਦਾ ਹੈ, ਉਹਦਾ ਇਕਨੋਮਿਕ ਇੰਟਰਸਟ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਮੰਨ ਲਓ ਕੋਈ ਵਿਅਕਤੀ ਜਿਹੜਾ ਇਸ ਦੇਸ਼ ਵਿੱਚ ਰਹਿ ਰਿਹਾ ਹੈ, ਉਹਨੂੰ 1 ਸਾਲ ਤੋਂ ਵੱਧ ਹੋ ਗਿਆ ਹੈ, ਉਹ ਇੱਥੇ ਪੈਸੇ ਕਮਾ ਰਿਹਾ ਹੈ ਅਤੇ ਇੱਥੇ ਹੀ ਉਹਦੇ ਆਰਥਿਕ ਇੰਟਰਸਟ ਹੈ। ਉਹ ਇੱਥੇ ਹੀ ਮੰਨ ਲਓ ਪੈਸਾ ਕਮਾ ਕੇ ਉਹ ਬੈਂਕ 'ਚ ਜਮ੍ਹਾਂ ਕਰਾ ਰਿਹਾ ਹੈ, ਉਹ ਸ਼ੇਅਰ ਖਰੀਦ ਰਿਹਾ ਹੈ ਭਾਰਤ ਵਿੱਚ, ਇੱਥੇ ਉਹ ਘਰ ਬਣਾਉਣਾ ਚਾਹੁੰਦਾ ਹੈ। ਮਤਲਬ ਉਹਦਾ ਕੀ ਹੈ, ਜਿਹੜਾ ਆਰਥਿਕ ਇੰਟਰਸਟ ਹੈਗਾ ਉਹ ਇਸ ਦੇਸ਼ ਨਾਲ ਹੋਣਾ ਚਾਹੀਦਾ ਹੈ ਜੇ ਉਹ ਇਸ ਦੇਸ਼ ਦਾ ਕੀ ਹੈ ਸਧਾਰਨ ਨਾਗਰਿਕ ਬਣਨਾ ਚਾਹੁੰਦਾ ਹੈ। ਇਸ ਦੇ ਇਲਾਵਾ ਕਈ ਵਾਰੀ ਸਾਡੇ ਦੇਸ਼ ਦੇ ਜਿਹੜੇ ਲੋਕ ਹੈ ਉਹ ਬਾਹਰ ਦੇ ਦੇਸ਼ ਵਿੱਚ ਦੂਤਾਵਾਸ ਵਿੱਚ ਕੰਮ ਕਰਦੇ ਹਨ ਜਾਂ ਉਹ ਸੈਨਾ ਵਿੱਚ ਹੁੰਦੇ ਹਨ ਅਤੇ ਲੇਕਿਨ ਵਿਦੇਸ਼ਾਂ ਵਿੱਚ ਗਏ ਹੁੰਦੇ ਹਨ। ਇਹ ਜਿਹੜੇ ਦੂਤਾਵਾਸ ਵਿੱਚ ਕੰਮ ਕਰ ਰਹੇ ਹੈ ਜਾਂ ਸੈਨਾ ਵਿੱਚ ਹਨ, ਜਿਹੜੇ ਵਿਦੇਸ਼ਾਂ ਵਿੱਚ ਹਨ, ਉਹਨਾਂ ਨੂੰ ਵੀ ਅਸੀਂ ਸਧਾਰਨ ਨਾਗਰਿਕ ਮੰਨਦੇ ਹਾਂ। ਹੁਣ ਕਿਹਨਾਂ ਨੂੰ ਅਸੀਂ ਸਧਾਰਨ ਨਾਗਰਿਕ ਨਹੀਂ ਮੰਨਦੇ? ਨੰਬਰ 1 ਗੱਲ ਵੀ ਉਹ ਵਿਦੇਸ਼ੀ ਹੈ ਅਤੇ ਉਹ ਸਾਡੇ ਦੇਸ਼ ਵਿੱਚ ਰਹਿ ਰਿਹਾ ਹੈ, ਲੇਕਿਨ ਉਹ 1 ਸਾਲ ਤੋਂ ਘੱਟ ਹੈ, ਜਾਂ ਉਹ ਇੱਥੇ ਕੋਈ ਵਿਅਕਤੀ ਮਰੀਜ਼ ਹੈ ਜੋ ਵਿਦੇਸ਼ ਤੋਂ ਸਾਡੇ ਦੇਸ਼ ਵਿੱਚ ਆਇਆ ਹੈ, ਇਲਾਜ ਕਰਵਾਉਣ ਵਾਸਤੇ ਆਇਆ ਹੈ, ਜਾਂ ਉਹ ਪੜ੍ਹਾਈ ਕਰਨ ਵਾਸਤੇ ਆਇਆ ਹੈ, ਜਾਂ ਉਹ ਇੱਥੇ ਸਾਡੇ ਦੇਸ਼ ਵਿੱਚ ਘੁੰਮਣ ਫਿਰਨ ਲਈ ਆਇਆ ਹੈ। ਇਹ ਕੁਛ ਕੈਟੇਗਰੀਜ਼ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਦੇਸ਼ ਦੇ ਸਧਾਰਨ ਨਾਗਰਿਕ ਨਹੀਂ ਮੰਨਦੇ। ਅਤੇ ਮੂਲ ਰੂਪ ਵਿੱਚ ਜਿਹੜੀ ਗੱਲ ਸਮਝਣ ਵਾਲੀ ਹੈ
ਉਹ ਕੀ ਹੈ ਵੀ ਸਾਡੇ ਦੇਸ਼ ਦਾ ਸਧਾਰਨ ਨਾਗਰਿਕ ਉਹ ਨਾਗਰਿਕ ਹੈ ਜਿਹੜਾ ਕਿ ਕੋਈ ਵਿਅਕਤੀ ਜਾਂ ਸੰਸਥਾ ਹੈ ਅਤੇ ਉਹ 1 ਸਾਲ ਤੋਂ ਵੱਧ ਸਾਡੇ ਦੇਸ਼ 'ਚ ਰਹਿ ਰਿਹਾ ਹੈ ਅਤੇ ਉਹਦਾ ਆਰਥਿਕ ਜਿਹੜਾ ਰੁਚੀ ਹੈ, ਉਹਦਾ ਇੰਟਰਸਟ ਹੈਗਾ ਹੈ, ਉਹ ਸਾਡੇ ਦੇਸ਼ ਨਾਲ ਜੁੜਿਆ ਹੋਣਾ ਚਾਹੀਦਾ ਹੈ। ਅਤੇ ਇਸ ਤਰੀਕੇ ਨਾਲ ਅਸੀਂ ਉਸ ਵਿਅਕਤੀ ਨੂੰ ਆਪਣੇ ਦੇਸ਼ ਦਾ ਸਧਾਰਨ ਜਿਹੜਾ ਨਾਗਰਿਕ ਹੈ ਉਹ ਸਮਝਦੇ ਹਾਂ। ਅਤੇ ਇਹ ਜਿਹੜੇ ਸਧਾਰਨ ਨਾਗਰਿਕ ਹਨ, ਇਹਨਾਂ ਦੁਆਰਾ ਜਿਹੜੀ ਕਮਾਈ ਗਈ ਆਮਦਨ ਹੈ, ਜਿਹੜੀ ਇਹਨਾਂ ਨੇ ਸੇਵਾ ਕਰਕੇ ਆਮਦਨ ਕਮਾਉਂਦੇ ਹਨ, ਚਾਹੇ ਉਹ ਕੋਈ ਵੀ ਕੰਮ ਕਰਦੇ ਹਨ, ਉਹ ਲੀਗਲ ਕੰਮ ਕਰਦੇ ਹਨ। ਇਲੀਗਲ ਜਿਹੜਾ ਕੰਮ ਕਰਦੇ ਹਨ ਉਹ ਵਾਲੀ ਆਮਦਨ ਨੂੰ ਅਸੀਂ ਇਹਦੇ ਵਿੱਚ ਸ਼ਾਮਿਲ ਨਹੀਂ ਕਰਦੇ। ਸਧਾਰਨ ਨਾਗਰਿਕ ਜਿਹੜਾ ਲੀਗਲ ਕੰਮ ਕਰਦਾ ਹੈ, ਸੇਵਾ ਦੇ ਕੇ ਜਿਹੜਾ ਉਹ ਆਮਦਨ ਅਰਜਿਤ ਕਰਦਾ ਹੈ, ਇਹ ਵਾਲੇ ਜਿਹੜੇ ਸਧਾਰਨ ਨਾਗਰਿਕ ਹੈ ਉਹਨਾਂ ਦੀ ਆਮਦਨ ਨੂੰ ਹੀ ਅਸੀਂ ਰਾਸ਼ਟਰੀ ਆਮਦਨ ਵਿੱਚ ਕੀ ਹੈ ਸ਼ਾਮਿਲ ਕਰਦੇ ਹਾਂ। ਅਤੇ ਇਸ ਤਰੀਕੇ ਨਾਲ ਅਸੀਂ ਦੇਖਿਆ ਹੈ, ਨੰਬਰ 1 ਘਰੇਲੂ ਸੀਮਾ ਬਾਰੇ, ਨੰਬਰ 2 ਦੇਸ਼ ਦੇ ਸਧਾਰਨ ਨਾਗਰਿਕ ਕੌਣ ਹੁੰਦੇ ਹਨ, ਅਤੇ ਤੀਸਰਾ ਜਿਹੜਾ ਬੜਾ ਹੀ ਮਹੱਤਵਪੂਰਨ ਜਿਹੜਾ ਅਸੀਂ ਟੌਪਿਕ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਹੈ, ਉਹ ਹੈ ਵੀ ਜਿਹੜੀ ਆਮਦਨ ਹੈਗੀ ਹੈ ਦੇਸ਼ ਦੀ, ਉਹ ਘਰੇਲੂ ਆਮਦਨ ਹੁੰਦੀ ਹੈ ਅਤੇ ਰਾਸ਼ਟਰੀ ਆਮਦਨ ਹੁੰਦੀ ਹੈ। ਹੁਣ ਜਿਹੜੀ ਘਰੇਲੂ ਆਮਦਨ ਹੈ ਉਹ ਤਾਂ ਇੱਕ ਦੇਸ਼ ਦੀ ਘਰੇਲੂ ਸੀਮਾ ਦੇ ਵਿੱਚ ਰਹਿ ਕੇ ਜਿਹੜੀ ਸਾਡੇ ਸਧਾਰਨ ਨਾਗਰਿਕਾਂ ਦੁਆਰਾ ਆਮਦਨ ਕਮਾਈ ਜਾਂਦੀ ਹੈ। ਪਰੰਤੂ ਜਦੋਂ ਅਸੀਂ ਇਸ ਘਰੇਲੂ ਆਮਦਨ ਦੇ ਵਿੱਚ ਵਿਦੇਸ਼ਾਂ ਤੋਂ ਕਮਾਈ ਗਈ ਸ਼ੁੱਧ ਸਾਧਨ ਆਮਦਨ ਨੂੰ ਸ਼ਾਮਿਲ ਕਰ ਦਿੰਦੇ ਹਾਂ, ਤਾਂ ਘਰੇਲੂ ਆਮਦਨ ਜਮ੍ਹਾਂ ਵਿਦੇਸ਼ਾਂ ਤੋਂ ਕਮਾਈ ਗਈ ਸ਼ੁੱਧ ਸਾਧਨ ਆਮਦਨ ਦੇ ਜੋੜ ਨੂੰ ਅਸੀਂ ਰਾਸ਼ਟਰੀ ਆਮਦਨ ਕਹਿੰਦੇ ਹਾਂ। ਹੁਣ ਇਹ ਜਿਹੜੀ ਵਿਦੇਸ਼ਾਂ ਤੋਂ ਕਮਾਈ ਗਈ ਸ਼ੁੱਧ ਸਾਧਨ ਆਮਦਨ ਕੀ ਹੁੰਦੀ ਹੈ, ਇਹਨੂੰ ਸਮਝਣ ਵਾਸਤੇ ਅਸੀਂ ਇੱਕ ਉਦਾਹਰਨ ਲੈਂਦੇ ਹਾਂ। ਜਿਵੇਂ ਕਿ ਸਾਡੇ ਦੇਸ਼ ਦੇ ਕੁਝ ਰੈਜ਼ੀਡੈਂਟਸ ਹੈ, ਸਧਾਰਨ ਨਾਗਰਿਕ, ਉਹ ਵਿਦੇਸ਼ਾਂ ਵਿੱਚ ਜਾਂਦੇ ਹਨ ਅਤੇ ਉਹ ਉੱਥੇ ਸੇਵਾ ਦੇ ਕੇ ਉੱਥੋਂ ਪੈਸਾ ਉਹ ਸਾਡੇ ਦੇਸ਼ ਵਿੱਚ ਭੇਜਦੇ ਹਨ। ਉਦਾਹਰਨ ਦੇ ਤੌਰ 'ਤੇ ਉਹਨਾਂ ਨੇ ਸਾਡੇ ਦੇਸ਼ ਵਿੱਚ 1000 ਰੁਪਇਆ ਭੇਜਿਆ। ਉਸੇ ਤਰ੍ਹਾਂ ਹੀ ਵਿਦੇਸ਼ਾਂ ਤੋਂ ਕੁਝ ਲੋਕ ਉਹ ਸਾਡੇ ਦੇਸ਼ ਵਿੱਚ ਆ ਕੇ ਸੇਵਾ ਦਿੰਦੇ ਹਨ। ਇੱਥੋਂ ਜਿਹੜਾ ਉਹ ਪੈਸਾ ਕਮਾਉਂਦੇ ਹਨ ਉਹ ਆਪਣੇ ਦੇਸ਼ਾਂ ਵਿੱਚ ਭੇਜ ਦਿੰਦੇ ਹਨ। ਉਦਾਹਰਨ ਲੈ ਲਓ ਵੀ ਉਹਨਾਂ ਨੇ 500 ਰੁਪਇਆ ਉਹਨਾਂ ਨੇ ਇਸ ਦੇਸ਼ ਤੋਂ ਆਪਣੇ ਦੇਸ਼ ਵਿੱਚ ਭੇਜ ਦਿੱਤਾ। ਹੁਣ ਅਸੀਂ ਜਦੋਂ ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ ਨੂੰ ਕੈਲਕੂਲੇਟ ਕਰਨੀ ਹੈ ਅਤੇ ਉਹਦਾ ਤਰੀਕਾ ਕੀ ਹੈ ਵੀ ਜਿਹੜੀ ਸਾਧਨ ਆਮਦਨ ਸਾਡੇ ਦੇਸ਼ ਵਿੱਚ ਆਈ ਹੈ ਮਾਈਨਸ ਜਿਹੜੀ ਆਮਦਨ ਸਾਡੇ ਦੇਸ਼ ਤੋਂ ਵਿਦੇਸ਼ਾਂ ਵੱਲ ਚਲੀ ਗਈ ਹੈ। ਜਿਸ ਤਰ੍ਹਾਂ 1000 ਰੁਪਇਆ ਸਾਡੇ ਦੇਸ਼ 'ਚ ਆਇਆ, ਉਹਦੇ ਵਿੱਚੋਂ ਜਿਹੜਾ 500 ਰੁਪਇਆ ਵਿਦੇਸ਼ਾਂ ਨੂੰ ਚਲਾ ਗਿਆ ਉਹ ਮਾਈਨਸ ਕਰ ਦਾਂਗੇ। 1000 ਮਾਈਨਸ 500 ਬਰਾਬਰ ਹੈ 500। ਇਹ ਜਿਹੜਾ 500 ਰੁਪਇਆ ਹੈ ਉਹ ਸਾਡੀ ਵਿਦੇਸ਼ਾਂ ਤੋਂ ਸ਼ੁੱਧ ਸਾਧਨ ਆਮਦਨ ਕਹਿਲਾਈ ਜਾਏਗੀ। ਜਦੋਂ ਇਹ ਵਿਦੇਸ਼ੀ ਸ਼ੁੱਧ ਸਾਧਨ ਆਮਦਨ ਨੂੰ ਅਸੀਂ ਘਰੇਲੂ ਆਮਦਨ ਦੇ ਵਿੱਚ ਜਮ੍ਹਾਂ ਕਰਾਂਗੇ ਅਤੇ ਸਾਨੂੰ ਦੇਸ਼ ਦੀ ਰਾਸ਼ਟਰ ਆਮਦਨ ਕੀ ਹੈ ਉਹ ਪ੍ਰਾਪਤ ਹੋ ਜਾਵੇਗੀ। ਅਤੇ ਮੈਨੂੰ ਉਮੀਦ ਹੈ ਵੀ ਇਹ ਜਿਹੜਾ ਕਨਸੈਪਟ ਹੈ ਉਹ ਤੁਹਾਨੂੰ ਸਮਝ ਆ ਚੁੱਕਿਆ ਹੋਏਗਾ। ਅਤੇ ਇਸ ਤੋਂ ਇਲਾਵਾ ਜਿਹੜੀ ਆਮਦਨ ਹੁੰਦੀ ਹੈ ਉਹਨੂੰ ਅਸੀਂ 2 ਤਰੀਕੇ ਨਾਲ ਦੇਖਦੇ ਹਾਂ। ਜਿਹੜੀ ਘਰੇਲੂ ਆਮਦਨ ਹੈ ਜਾਂ ਰਾਸ਼ਟਰੀ ਆਮਦਨ ਹੈ।
ਜੇਕਰ ਉਹ ਆਮਦਨ ਉੱਤੇ ਟੈਕਸ ਲੱਗ ਜਾਂਦਾ ਹੈ, ਜਿਹਨੂੰ ਅਸੀਂ ਇਨਡਾਇਰੈਕਟ ਟੈਕਸ ਬੋਲਦੇ ਹਾਂ। ਜੇ ਘਰੇਲੂ ਆਮਦਨ ਜਾਂ ਰਾਸ਼ਟਰੀ ਆਮਦਨ ਉੱਤੇ ਇਨਡਾਇਰੈਕਟ ਟੈਕਸ ਲੱਗ ਜਾਂਦਾ ਹੈ ਅਤੇ ਸਬਸਿਡੀ ਮਾਈਨਸ ਹੋ ਜਾਂਦੀ ਹੈ, ਅਤੇ ਜਿਹੜੀ ਆਮਦਨ ਪ੍ਰਾਪਤ ਹੁੰਦੀ ਹੈ ਉਹਨੂੰ ਅਸੀਂ ਬਾਜ਼ਾਰ ਕੀਮਤ ਜਾਂ ਮਾਰਕੀਟ ਪ੍ਰਾਈਸ ਵਾਲੀ ਘਰੇਲੂ ਆਮਦਨ ਜਾਂ ਰਾਸ਼ਟਰੀ ਆਮਦਨ ਕਹਿੰਦੇ ਹਾਂ। ਕਹਿਣ ਦਾ ਭਾਵ ਹੈ ਵੀ ਮੰਨ ਲਓ ਦੇਸ਼ ਦੀ ਘਰੇਲੂ ਆਮਦਨ 1000 ਰੁਪਏ ਹੈ, ਉਹਦੇ 'ਤੇ 200 ਰੁਪਇਆ ਇਨਡਾਇਰੈਕਟ ਟੈਕਸ ਲੱਗਦਾ ਹੈ। ਇਹ ਜਿਹੜਾ ਟੈਕਸ ਹੈਗਾ ਇਹ 1000 ਵਿੱਚ ਜਮ੍ਹਾਂ ਹੋ ਜਾਏਗਾ ਮਾਈਨਸ ਸਬਸਿਡੀ। ਮੰਨ ਲਓ 1000 ਉੱਤੇ 100 ਰੁਪਈਆ ਟੈਕਸ ਲੱਗਦਾ ਹੈ ਅਤੇ 50 ਰੁਪਏ ਸਬਸਿਡੀ ਹੈ, ਅਤੇ ਇਹ ਜਿਹੜਾ 100 ਰੁਪਈਆ ਉਹਦੇ ਉੱਤੇ ਜਮ੍ਹਾਂ ਹੋ ਜਾਏਗਾ ਅਤੇ 50 ਰੁਪਏ ਮਾਈਨਸ ਹੋ ਜਾਏਗੀ। ਅਤੇ ਜਿਸ ਤਰ੍ਹਾਂ ਅਸੀਂ ਜਿਹੜਾ ਟੈਕਸ ਹੈ ਉਹਨੂੰ ਜਮ੍ਹਾਂ ਕਰਨਾ ਹੈ ਅਤੇ ਸਬਸਿਡੀ ਮਾਈਨਸ ਕਰਨੀ ਹੈ, ਅਤੇ ਜੋ ਵੀ ਸਾਨੂੰ ਆਮਦਨ ਪ੍ਰਾਪਤ ਹੋਏਗੀ, ਜਿਸ ਤਰ੍ਹਾਂ ਅਸੀਂ ਉਦਾਹਰਨ ਲਈ ਹੈ 1000 ਰੁਪਇਆ ਸਾਡੀ ਘਰੇਲੂ ਆਮਦਨ ਹੈ, ਜਮ੍ਹਾਂ 100 ਰੁਪਇਆ ਟੈਕਸ ਹੈ 1100 ਮਾਈਨਸ 50, 1050 ਰੁਪਈਏ ਉਹ ਸਾਡੀ ਮਾਰਕੀਟ ਪ੍ਰਾਈਸ ਜਾਂ ਬਾਜ਼ਾਰ ਕੀਮਤ 'ਤੇ ਘਰੇਲੂ ਆਮਦਨ ਕਹਿਲਾਈ ਜਾਏਗੀ। ਅਤੇ ਇਸ ਤਰੀਕੇ ਨਾਲ ਜਿਹੜੀ ਆਮਦਨ ਹੈ ਉਹ ਦੋ ਤਰ੍ਹਾਂ ਦੀ ਹੈ। ਜਿਹੜੀ 1000 ਰੁਪਇਆ ਸੀ ਉਹ ਸਾਧਨ ਲਾਗਤ 'ਤੇ ਆਮਦਨ ਸੀ, ਲੇਕਿਨ ਜਦੋਂ ਸਾਧਨ ਲਾਗਤ ਆਮਦਨ ਉੱਤੇ ਟੈਕਸ ਲੱਗ ਜਾਂਦਾ ਹੈ, ਇਨਡਾਇਰੈਕਟ ਟੈਕਸ ਲੱਗਦਾ ਹੈ ਅਤੇ ਸਬਸਿਡੀ ਮਾਈਨਸ ਹੋ ਜਾਂਦੀ ਹੈ, ਅਤੇ ਉਹ ਜਿਹੜੀ ਆਮਦਨ ਹੈ ਉਹ ਮਾਰਕੀਟ ਪ੍ਰਾਈਸ ਜਾਂ ਬਾਜ਼ਾਰ ਕੀਮਤ 'ਤੇ ਆਮਦਨ ਕਹਿਲਾਈ ਜਾਏਗੀ। ਅਤੇ ਇਸ ਤੋਂ ਇਲਾਵਾ ਜਿਹੜਾ ਅਗਲਾ ਸਾਡਾ ਬੜਾ ਹੀ ਮਹੱਤਵਪੂਰਨ ਕੌਨਸੈਪਟ ਹੈ ਉਹ ਹੈ ਕਿਸਾਵਟ ਨਾਲ ਜੁੜਿਆ ਹੋਇਆ ਹੈ। ਅਸੀਂ ਜਾਣਦੇ ਹਾਂ ਜਿਹੜੀ ਕਿਸਾਵਟ ਹੈ ਇਹ ਉਹ ਖਰਚਾ ਹੈ ਜਿਹੜਾ ਕਿ ਪੁਰਾਣੀਆਂ ਮਸ਼ੀਨਾਂ ਨੂੰ ਠੀਕ ਹਾਲਤ ਵਿੱਚ ਰੱਖਣ ਲਈ ਕੀਤਾ ਜਾਂਦਾ ਹੈ, ਜਾਂ ਕਈ ਵਾਰੀ ਜਿਹੜੀ ਪੁਰਾਣੀ ਤਕਨੀਕ ਹੈ ਉਹ ਦੇ ਕਾਰਨ ਜਿਹੜੀਆਂ ਮਸ਼ੀਨਾਂ ਹੈ ਉਹ ਆਊਟ ਆਫ ਫੈਸ਼ਨ ਹੋ ਜਾਂਦੀਆਂ ਹਨ, ਉਹਦਾ ਯੂਜ਼ ਨਹੀਂ ਹੁੰਦਾ, ਅਤੇ ਉਹ ਜਿਹੜੀ ਤਕਨੀਕ ਹੈ ਉਹ ਸਮੇਂ ਦੇ ਨਾਲ ਬਦਲ ਜਾਂਦੀ ਹੈ। ਜਿਸ ਤਰ੍ਹਾਂ ਪਹਿਲੇ ਬਲੈਕ ਐਂਡ ਵਾਈਟ ਟੈਲੀਵਿਜ਼ਨ ਦਾ ਜ਼ਮਾਨਾ ਸੀ, ਹੁਣ ਕਲਰਡ ਦਾ ਜ਼ਮਾਨਾ ਆ ਗਿਆ। ਇਸੇ ਤਰੀਕੇ ਨਾਲ ਹੋਰ ਵੀ ਬੜੇ ਕਾਰਨ ਹੈਗੇ ਆ। ਪਹਿਲੇ ਜਿਹੜਾ ਖੂਹ ਵਿੱਚੋਂ ਪਾਣੀ ਉਹ ਕੱਢਣ ਦਾ ਤਰੀਕਾ ਕੋਈ ਹੋਰ ਸੀ, ਲੇਕਿਨ ਅੱਜ ਕੱਲ੍ਹ ਮੋਟਰਾਂ ਆ ਗਈਆਂ ਹਨ, ਅਤੇ ਕਈ ਵਾਰੀ ਕੀ ਹੁੰਦਾ ਵੀ ਸਮੇਂ ਦੇ ਗੁਜ਼ਰਨ ਨਾਲ ਤਕਨੀਕ ਨਵੀਂ ਆਉਂਦੀ ਹੈ ਅਤੇ ਪੁਰਾਣੀਆਂ ਜਿਹੜੀਆਂ ਤਕਨੀਕ ਵਾਲੀਆਂ ਮਸ਼ੀਨਾਂ ਉਹ ਕੰਮ ਦੀਆਂ ਨਹੀਂ ਰਹਿੰਦੀਆਂ, ਅਸੀਂ ਉਹਨੂੰ ਵੀ ਕਿਸਾਵਟ ਵਿੱਚ ਸ਼ਾਮਿਲ ਕਰਦੇ ਹਾਂ। ਜਾਂ ਕਈ ਵਾਰ ਸਾਨੂੰ ਕੋਈ ਐਕਸੀਡੈਂਟਲ ਡੈਮੇਜ ਹੋ ਜਾਂਦੀ ਹੈ, ਕੋਈ ਐਸੀ ਦੁਰਘਟਨਾ ਹੋ ਜਾਂਦੀ ਹੈ ਜਿਹਦੇ ਕਾਰਨ ਨੁਕਸਾਨ ਹੋ ਜਾਂਦਾ ਹੈ। ਸੋ ਇਹ ਸਾਰੀਆਂ ਜਿਹੜੀਆਂ ਖਰਚਾ ਹੈਗਾ ਉਹਨੂੰ ਅਸੀਂ ਕਿਸਾਵਟ ਜਾਂ ਸਥਾਈ ਪੂੰਜੀ ਦਾ ਉਪਭੋਗ, ਇੰਗਲਿਸ਼ 'ਚ ਡੈਪਰੀਸੀਏਸ਼ਨ ਜਾਂ ਕੰਜ਼ਪਸ਼ਨ ਆਫ ਫਿਕਸਡ ਕੈਪੀਟਲ ਕਹਿੰਦੇ ਹਨ। ਹੁਣ ਜਿਹੜੀ ਆਮਦਨ ਹੁੰਦੀ ਹੈ
ਉਹ ਸਕਲ ਆਮਦਨ ਹੁੰਦੀ ਹੈ। ਲੇਕਿਨ ਜਦੋਂ ਇਹ ਜਿਹੜੀ ਸਕਲ ਆਮਦਨ ਹੈ, ਜਦੋਂ ਉਸ ਸਕਲ ਜਾਂ ਗਰੋਸ ਇਨਕਮ ਉਹਦੇ ਵਿੱਚੋਂ ਇਹਦੀ ਕਿਸਾਵਟ ਨੂੰ ਮਾਈਨਸ ਕਰ ਦਿੱਤਾ ਜਾਂਦਾ ਹੈ। ਮੰਨ ਲਓ ਕਿਸੇ ਦੇਸ਼ ਦੀ ਜਿਹੜੀ ਸਕਲ ਆਮਦਨ ਹੈ ਉਹ ਹੈ 1000 ਰੁਪਈਆ ਕਿਸੇ ਇੱਕ ਸਾਲ ਦੇ ਵਿੱਚ, ਇਸ ਵਿੱਚੋਂ 100 ਰੁਪਈਆ ਜਿਹੜੀ ਕਿਸਾਵਟ ਹੈ ਉਹਨੂੰ ਮਾਈਨਸ ਕੀਤਾ ਜਾਂਦਾ ਹੈ। 1000 ਮਾਈਨਸ 100 ਬਰਾਬਰ ਹੈ 900। ਇਹ ਜਿਹੜੀ 900 ਰੁਪਇਆ ਹੈ ਇਹ ਹੁਣ ਸ਼ੁੱਧ ਆਮਦਨ ਕਹਿਲਾਈ ਜਾਵੇਗੀ। ਕਹਿਣ ਦਾ ਭਾਵ ਹੈ ਗਰੋਸ ਆਮਦਨ ਵਿੱਚੋਂ ਜਦੋਂ ਕਿਸਾਵਟ ਮਾਈਨਸ ਹੁੰਦੀ ਹੈ ਅਤੇ ਜੋ ਆਮਦਨ ਪ੍ਰਾਪਤ ਹੁੰਦੀ ਹੈ ਉਸ ਨੂੰ ਅਸੀਂ ਸ਼ੁੱਧ ਆਮਦਨ ਕਹਿੰਦੇ ਹਾਂ। ਅਤੇ ਮੈਨੂੰ ਉਮੀਦ ਹੈ ਵੀ ਆਪ ਜੀ ਨੂੰ ਇਹ ਜਿਹੜੇ ਮਹੱਤਵਪੂਰਨ ਜਿਹੜੇ ਕੌਨਸੈਪਟਸ ਹੈ ਰਾਸ਼ਟਰੀ ਆਮਦਨ ਨਾਲ ਸੰਬੰਧਿਤ ਉਹਦੇ ਬਾਰੇ ਅੱਛੀ ਸਮਝ ਆ ਚੁੱਕੀ ਹੋਵੇਗੀ। ਧੰਨਵਾਦ।